ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਦੋਸਤ ਹਨੀ ਵਾਲੀਆ ਸ਼ੋਜ਼ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਰੋਜ਼ਾਨਾ ਦੀ ਤਰ੍ਹਾਂ ਦੋਸਤੋ ਤੁਹਾਨੂੰ ਪਤਾ ਹੈ ਕਿ ਸਾਡੇ ਇਹਨਾਂ ਸ਼ੋਜ਼ ਦੇ ਰਾਹੀਂ ਤੁਹਾਨੂੰ ਕਿਸੇ ਨਾ ਕਿਸੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਟੌਪਿਕ ਦੇ ਉੱਤੇ ਡਿਸਕਸ ਜ਼ਰੂਰ ਕਰਦੇ ਹਾਂ। ਅੱਜ ਦਾ ਸਾਡਾ ਟੌਪਿਕ ਰਹੇਗਾ ਐਲਬਰਟਾ ਐਡਮਿੰਟਨ ਦੀ ਸਪੈਸ਼ਲੀ ਰੀਅਲ ਸਟੇਟ ਦੇ ਉੱਤੇ ਡਿਸਕਸ ਕਰਾਂਗੇ ਕਿ ਐਲਬਰਟਾ ਰੀਅਲ ਸਟੇਟ ਮਾਰਕੀਟ, ਜੇਕਰ ਆਪਾਂ ਪੂਰੇ ਕੈਨੇਡਾ ਦੇ ਵਿੱਚ ਗੱਲ ਕਰੀਏ ਜਾਂ ਫਿਰ ਦੁਨੀਆ ਭਰ ਦੇ ਵਿੱਚ, ਕਾਫੀ ਲੋਕ ਇਹ ਸੋਚਦੇ ਨੇ ਵੀ ਐਲਬਰਟਾ ਦੀ ਜਿਹੜੀ ਰੀਅਲ ਸਟੇਟ ਮਾਰਕੀਟ ਹੈਗੀ ਹੈ, ਇੱਕ ਤਾਂ ਕਹਿਣ ਦੇ ਵਿੱਚ ਆਉਂਦਾ ਵੀ ਬੜੇ ਸਸਤੇ ਘਰ ਹੁੰਦੇ ਨੇ, ਇੱਕ ਪਾਸੇ ਕਿਹਾ ਜਾਂਦਾ ਕਿ ਬਹੁਤ ਸਟੇਬਲ ਮਾਰਕੀਟ ਹੈਗੀ ਹੈ, ਇੱਕ ਪਾਸੇ ਲੋਕੀ ਐਲਬਰਟਾ ਦੇ ਵਿੱਚ ਆਉਣ ਤੋਂ ਡਰਦੇ ਆ। ਇਹ ਸਹੀ ਹੈ ਜਾਂ ਗਲਤ ਹੈ, ਉਹਦੇ ਉੱਤੇ ਡਿਸਕਸ ਕਰਨ ਦੇ ਲਈ ਅੱਜ ਸਾਡੇ ਨਾਲ ਜੁੜੇ ਹੋਏ ਨੇ ਨੈਮ ਕੁਲਾਰ ਜੀ, ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਜਿਹੜੇ ਹੈਗੇ ਨੇ ਰੀਅਲ ਸਟੇਟ ਮਾਰਕੀਟ ਦੇ ਵਿੱਚ ਐਜ਼ ਏ ਰੀਅਲਟਰ ਰਾਇਲੀ ਪੇਜ ਨੋਰਾਲਟਾ ਦੇ ਨਾਲ ਕੰਮ ਕਰ ਰਹੇ ਨੇ ਤੇ ਸੋਸ਼ਲ ਜਿਹੜੀਆਂ ਹੈਗੀਆਂ ਸੇਵਾਵਾਂ ਦੇ ਵਿੱਚ ਵੀ ਕਾਫੀ ਐਕਟਿਵ ਨੇ। ਹਰ ਢੰਗ ਦੇ ਨਾਲ ਕਿਤੇ ਨਾ ਕਿਤੇ ਆਪਣੀ ਕਮਿਊਨਿਟੀ ਜਾਂ ਹੋਰ ਅਲੱਗ-ਅਲੱਗ ਕਮਿਊਨਿਟੀਜ਼ ਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਉਸ ਖੇਤਰ ਦੇ ਵਿੱਚ ਵੀ ਆਪਣਾ ਜਿਹੜਾ ਹੈਗਾ ਹਿੱਸਾ ਪਾਉਂਦੇ ਰਹਿੰਦੇ ਨੇ ਤੇ ਕਾਫੀ ਜ਼ਿਆਦਾ ਐਕਟਿਵ ਨੇ। ਤਾਂ ਮੈਂ ਵੈਲਕਮ ਕਰਦਾ ਨੈਮ ਕੁਲਾਰ ਜੀ ਦਾ। ਨੈਮ ਜੀ, ਬਹੁਤ ਬਹੁਤ ਸਵਾਗਤ ਹੈ ਭਾਜੀ ਤੁਹਾਡਾ ਜੀ। ਸਤਿ ਸ਼੍ਰੀ ਅਕਾਲ ਹਨੀ ਭਾਜੀ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ, ਬਹੁਤ ਅਪਰੀਸ਼ੀਏਟ। ਨੈਮ ਭਾਜੀ, ਸਭ ਤੋਂ ਪਹਿਲਾਂ ਤਾਂ ਅਗਰ ਆਪਾਂ ਐਲਬਰਟਾ ਦੀ ਗੱਲ ਕਰੀਏ ਹੈ ਨਾ, ਰੀਅਲ ਸਟੇਟ ਦੇ ਉੱਤੇ, ਕਿਉਂਕਿ ਤੁਸੀਂ ਅੱਜ ਐਜ਼ ਏ ਰੀਅਲਟਰ ਹੈ ਨਾ ਕਾਫੀ ਜ਼ਿਆਦਾ ਐਕਟਿਵ ਹੈਗੇ ਹੋ। ਅੱਜ ਮੈਂ ਰੀਅਲਟਰ ਐਜ਼ ਏ ਮਤਲਬ ਕਿ ਰੀਅਲਟਰ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ ਕਿ ਰੀਅਲ ਸਟੇਟ ਮਾਰਕੀਟ ਜਦੋਂ ਵੀ ਕਿਤੇ ਅਸੀਂ ਕੈਨੇਡਾ ਦੇ ਵਿੱਚ ਬੈਠਿਆਂ ਦੀ ਗੱਲ ਕਰਦੇ ਹਾਂ ਤਾਂ ਅਸੀਂ ਕੈਨੇਡਾ ਦੇ ਵਿੱਚ ਕੋਈ ਵੀ ਆਉਂਦਾ ਹੈਗਾ, ਲੋਕਾਂ ਦੀ ਕਿਤੇ ਵੀ ਚਾਹੇ ਓਨਟਾਰੀਓ BC ਦੇ ਵਿੱਚ ਬੈਠੇ ਹੁੰਦੇ ਨੇ, ਲੋਕਾਂ ਦੇ ਲਈ ਇੱਕ ਗੱਲ ਹੁੰਦੀ ਹੈ ਵੀ ਯਾਰ ਉੱਥੇ ਘਰ ਲੈਣਾ ਹੈਗਾ, ਘਰ ਬੜਾ ਸਸਤਾ ਮਿਲ ਜਾਂਦਾ ਜੀ, ਅੱਧੇ ਰੇਟ ਤੇ ਮਿਲ ਜੂਗਾ ਜੀ ਘਰ। ਉੱਥੇ ਅਗਰ ਮਿਲੀਅਨ ਦਾ ਘਰ ਹੈਗਾ ਜੀ, ਇੱਥੇ 4 ਲੱਖ ਦਾ ਮਿਲ ਜੂਗਾ, 5 ਲੱਖ ਦਾ ਮਿਲ ਜੂਗਾ। ਤਾਂ ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਕੀ ਮੈਂਟੈਲਿਟੀ ਹੈ ਕਿ ਹਾਂ ਜੀ ਐਲਬਰਟਾ ਦੇ ਵਿੱਚ ਆਵਾਂਗੇ ਤਾਂ ਘਰ ਸਸਤਾ ਮਿਲ ਜੂਗਾ, ਜਾਂ ਐਲਬਰਟਾ ਦੀ ਮਾਰਕੀਟ ਸਸਤੀ ਕਿਉਂ ਹੈ, ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਥੈਂਕ ਯੂ ਭਾਜੀ, ਬਹੁਤ ਵਧੀਆ ਸਵਾਲ ਹੈ। ਤੁਹਾਨੂੰ ਪਤਾ ਵੀ ਵਰਲਡ ਵਾਈਡ ਮਾਰਕੀਟ ਹੋ ਚੁੱਕੀ ਹੈ। ਐਡਮਿੰਟਨ ਬਾਰੇ ਪਹਿਲਾਂ ਲੋਕੀ ਇਹਨਾਂ ਜਾਣਦੇ ਨਹੀਂ ਸੀ। ਐਲਬਰਟਾ ਐਂਡ ਕੈਲਗਰੀ ਇਜ਼ ਔਨ ਦ ਟੌਪ ਰਾਈਟ ਨਾਓ ਐਂਡ ਐਡਮਿੰਟਨ ਇਜ਼ ਕਮਿੰਗ ਅਪ ਦੇਅਰ। ਤੇ ਉਹ ਮੈਂਟੈਲਿਟੀ ਤਾਂ ਇਹ ਹੈਗੀ ਹੈ ਜੀ, ਬਿਲਕੁਲ ਸਹੀ ਹੈ। ਜੇ ਤੁਸੀਂ ਦੇਖੋ ਓਨਟਾਰੀਓ BC ਦੇ ਵਿੱਚ ਵੱਡੇ ਸ਼ਹਿਰਾਂ ਨੂੰ ਛੱਡ ਕੇ ਜੇ ਤੁਸੀਂ ਬਾਹਰ ਚਲੇ ਜਾਂਦੇ ਹੋ, ਤੁਹਾਨੂੰ ਘਰ ਸਸਤੇ ਮਿਲ ਜਾਣਗੇ, ਨੋ ਡਾਊਟ। ਪਰ ਉਹਦੇ ਵਿੱਚ ਪ੍ਰੋਬਲਮ ਕੀ ਆਉਂਦੀ, ਉੱਥੇ ਫੈਸਿਲਿਟੀਜ਼ ਹੈ ਨਹੀਂ ਗੀਆਂ। ਸੋ ਜਿਹੜੀ ਹੁਣ ਐਡਮਿੰਟਨ ਆ ਜਾਂ ਕੈਲਗਰੀ ਆਪਾਂ ਕਹਿ ਦਈਏ ਇਜ਼ ਅ ਮੈਟਰੋ ਸਿਟੀ ਹੈ ਨਾ, ਉਹਦੇ ਵਿੱਚ ਤੁਹਾਡੇ ਕੋਲ ਫੈਸਿਲਿਟੀ ਸਾਰੀਆਂ ਅਵੇਲੇਬਲ ਨੇ, ਚਾਹੇ ਉਹ ਯੂਨੀਵਰਸਿਟੀ ਹੋਵੇ, ਚਾਹੇ ਉਹ ਹਸਪੀਟਲਸ ਹੋਣ, ਚਾਹੇ ਉਹ ਇੰਟਰਨੈਸ਼ਨਲ ਏਅਰਪੋਰਟ ਹੋਵੇ। ਤੇ ਉਹਦੇ ਵਿੱਚ ਸਭ ਤੋਂ ਵੱਡੀ ਇੱਕ ਜੋ ਗੱਲ ਹੁੰਦੀ ਹੈ, ਆਪਣੇ ਨਹੀਂ ਲੋਕਾਂ ਨੂੰ ਪਤਾ ਹੈਗਾ, ਉਹ ਡਰਦੇ ਨੇ ਵੀ ਸ਼ਾਇਦ ਇੱਥੇ ਜਿਹੜਾ ਲੈਂਡ ਟ੍ਰਾਂਸਫਰ ਟਾਈਟਲ ਜਿਹੜਾ ਆਪਾਂ ਕਹਿੰਦੇ ਆ, ਲੈਂਡ ਫੀਸ ਬਹੁਤ ਹੈਗੀ ਆ। ਰਾਈਟ, ਉਹ ਬਿਲਕੁਲ ਹੈ ਨਹੀਂ ਜੀ। ontario, Quebec, ਹੋਰ ਪ੍ਰੋਵਿੰਸਿਸ ਦੇ ਵਿੱਚ, BC ਦੇ ਵਿੱਚ ਜਿਹੜੀ ਤੁਹਾਡੀ ਟ੍ਰਾਂਸਫਰ ਫੀ ਆ ਉਹ ਬਹੁਤ ਜ਼ਿਆਦਾ। ਅਲਬਰਟਾ ਦਾ ਐਡਵਾਂਟੇਜ ਇਹ ਹੈਗਾ ਵੀ ਜੇ ਤੁਸੀਂ 5-6 ਲੱਖ ਦਾ ਘਰ ਲੈਂਦੇ ਹੋ, ਤੁਹਾਡੀ ਉਹ ਟ੍ਰਾਂਸਫਰ ਫੀਸ ਸਿਰਫ $1,200-1,400 ਬਣਦੀ ਹੈ, ਡਿਪੈਂਡਿੰਗ ਔਨ ਦਾ ਲੋਟ ਸਾਈਜ਼, ਵੀ ਤੁਹਾਡਾ ਲੋਟ ਸਾਈਜ਼ ਕੀ ਆ। ਤੇ ਦੂਜੀ ਗੱਲ ਇਹਦੇ ਵਿੱਚ ਇਹ ਹੈਗੀ ਆ ਵੀ ਇਹਦੇ ਆਪਣੀ ਕੋਈ ਇੱਥੇ PST ਨਹੀਂ ਹੈਗੀ, ਸੋ ਉਹ ਤੁਹਾਨੂੰ ਟੈਕਸ ਬਚ ਜਾਂਦਾ। ਜੇ ਤੁਸੀਂ ਪੁਰਾਣਾ ਘਰ ਲੈਂਦੇ ਹੋ, ਚਾਹੇ ਨਵਾਂ ਬਿਲਡ ਵੀ ਲੈਂਦੇ ਹੋ, ਉਹ 'ਚ GST ਇਨਕਲੂਡਡ ਹੁੰਦੀ ਹੈ। ਤੇ ਉਹ ਤੁਸੀਂ ਐਬਸੋਲੂਟਲੀ ਰਾਈਟ ਹੋ ਵੀ ਐਡਮਿੰਟਨ ਐਂਡ ਸਰਾਊਂਡਿੰਗ ਏਰੀਆ ਦੇ ਵਿੱਚ ਤੁਹਾਨੂੰ ਘਰ ਜਿਹੜਾ ਜਿਵੇਂ ਕਹਿੰਦੇ ਜੀ $9 ਲੱਖ ਮਿਲੀਅਨ ਦਾ ਨਹੀਂ ਮਿਲਦਾ BC ਦੇ ਵਿੱਚ, ਸਰੀ ਜਾਂ ਸਰਾਊਂਡਿੰਗ ਏਰੀਆ ਜਾਂ ontario ਦੇ ਵਿੱਚ, ਉਹ ਤੁਹਾਨੂੰ ਐਡਮਿੰਟਨ ਦੇ ਵਿੱਚ 5-5.5 ਲੱਖ ਦੀ ਰੇਂਜ ਦੇ ਵਿੱਚ ਬਹੁਤ ਵਧੀਆ ਮਿਲ ਜਾਂਦਾ। ਤੇ ਉਹਦੇ 'ਚ ਫਿਰ ਸਭ ਤੋਂ ਵੱਡਾ ਇੱਕ ਹੋਰ ਕੁਐਸਚਨ ਆਉਂਦਾ ਜੀ, ਐਡਮਿੰਟਨ ਦੇ ਵਿੱਚ ਤਾਂ ਮੌਸਮੀ ਬਹੁਤ ਉਹ ਆ, ਕੰਮ ਹੀ ਬੰਦ ਹੋ ਜਾਂਦੇ ਨੇ। ਮੈਂ ਸਰ, ਤੁਸੀਂ ਮੰਨੋਗੇ ਨਹੀਂ, ਸਾਡਾ ਇੱਕ ਦੋਸਤ ਕਈਆਂ ਨਾਲ ਗੱਲ ਹੁੰਦੀ ਹੈ, ਕਹਿੰਦੇ ਫਿਰ ਭਾਜੀ ਤੁਸੀਂ 4 ਮਹੀਨੇ ਫਿਰ ਕੀ ਕਰਦੇ ਹੋ, ਘਰੇ ਬੈਠੇ ਰਹਿੰਦੇ ਹੋ? ਮੈਂ ਕਿਹਾ ਭਾਜੀ ਅਸੀਂ 4 ਮਹੀਨੇ ਨਹੀਂ, ਅਸੀਂ ਤਾਂ ਮਤਲਬ ਕਿ ਕੋਈ ਇਹੋ ਜਿਹਾ ਦਿਨ ਨਹੀਂ ਹੁੰਦਾ ਹੈਗਾ, ਛੋਟੇ ਬੱਚੇ 4-4 ਸਾਲ ਦੇ ਬੱਚੇ ਸਕੂਲ ਜਾ ਰਹੇ ਹੁੰਦੇ ਨੇ ਤੁਰ ਕੇ। ਹਾਂਜੀ, ਸੋ ਇੱਕ ਆਹ ਮੈਂਟੈਲਿਟੀ ਬੜੀ ਦੇਖਣ ਨੂੰ ਸੁਣਨ ਨੂੰ ਮਿਲੀ ਹੈ ਜੀ, ਇੱਥੇ ਤਾਂ 8 ਮਹੀਨੇ ਨੂੰ ਪੈਂਦੀ ਹੈ। ਐਬਸੋਲੂਟਲੀ ਰੋਂਗ। ਯੈਸ, ਕਿਤੇ ਜੂਨ ਦੇ ਵਿੱਚ ਮਈ ਲੌਂਗ ਵੀਕਐਂਡ ਤੇ ਕੋਈ ਸਟੋਰਮ ਆ ਗਿਆ, ਕੋਈ ਆਪਾਂ ਉਹਨੂੰ ਕਹਿ ਦਿੰਦੇ ਆ ਵੀ ਗੜੇ ਪੈ ਗਏ ਜਾਂ ਉਹਦੇ ਵਿੱਚ ਯੈਸ ਕਿਤੇ ਵੀ ਹੋ ਸਕਦਾ, ਹੋ ਜਾਂਦਾ। ਯੈਸ, ਇਟ ਕੈਨ ਬੀ ਕੋਲਡ, ਪਰ ਉਹ ਸਿਰਫ 4 ਮਹੀਨੇ ਆ, ਨਵੰਬਰ, ਦਸੰਬਰ, ਜਨਵਰੀ, ਫਰਵਰੀ। ਐਬਸੋਲੂਟਲੀ ਉਹਦੇ ਵਿੱਚ ਇਹ ਨਹੀਂ ਹੈ ਵੀ 4 ਮਹੀਨੇ 40 ਮਾਈਨਸ ਹੀ ਹੁੰਦਾ। ਮਤਲਬ -40 ਸਾਲ 'ਚ ਇੱਕ ਹਫਤਾ ਮੈਕਸਿਮਮ ਹਫਤਾ 10 ਦਿਨ ਲਾ ਲਓ, 2 ਦਿਨ ਹੁਣ ਹੋ ਗਿਆ, ਹਫਤਾ ਹੋ ਗਿਆ, 2 ਦਿਨ 4 ਦਿਨ ਫਿਰ ਹੋ ਗਿਆ। ਯੈਸ, ਕਿਤੇ ਸਟੋਰਮ ਆ ਗਿਆ ਵਿੰਟਰ ਦੇ ਵਿੱਚ ਤੇ ਦੇਖੋ, ਪਰ ਇਹ ਨਹੀਂਗਾ ਵੀ ਬਾਹਰਲੇ ਕੰਮ ਬੰਦ ਹੋ ਜਾਂਦੇ ਨੇ। ਯੈਸ, ਉਹ 1 ਦਿਨ ਲਈ 2 ਦਿਨ ਜਿੱਦਣ ਐਕਸਟ੍ਰੀਮ ਵੈਦਰ ਹੋ ਗਿਆ ਸ਼ਾਇਦ ਮੇ ਵੀ ਬੰਦ, ਪਰ ਅਦਰਵਾਈਜ਼ ਰੋਡ ਕੰਸਟਰਕਸ਼ਨ, ਬਾਰ ਕੰਸਟਰਕਸ਼ਨ, ਘਰਾਂ ਦੀ ਕੰਸਟਰਕਸ਼ਨ, ਬਿਲਡਿੰਗਸ ਦੀ ਕੰਸਟਰਕਸ਼ਨ, ਇਟ ਕੀਪਸ ਗੋਇੰਗ ਲਾਈਕ ਦ ਟਰੱਕਿੰਗ ਬਿਜ਼ਨਸ। ਛੋਟੇ ਬੱਚੇ ਸਕੂਲ ਜਾਂਦੇ ਨੇ, ਲੌਂਗ ਡਿਸਟੈਂਸ, ਡਾਕਟਰ ਕੰਮ ਤੇ ਜਾ ਰਹੇ ਨੇ, ਵਕੀਲ ਆਪਦਾ ਕੰਮ ਕਰ ਰਹੇ ਨੇ, ਕੋਰਟ ਆਪਦਾ ਕੰਮ ਕਰ ਰਹੀ ਹੈ, ਪੀਪਲ ਸਟਿਲ ਲਿਵ। ਕੋਈ ਇਹ ਤਾਂ ਹੈ ਨਹੀਂਗਾ ਵੀ
ਆਪਾਂ ਤਾਂ ਨਾਰਥ ਵੈਸਟ ਟੈਰੀਟੋਰੀਜ਼ ਚਲ ਜਾਈਏ, ਉੱਥੇ 12 ਮਹੀਨੇ ਕੰਮ ਚੱਲੀ ਜਾਂਦਾ। ਸੋ ਇਟਸ ਨਾਟ ਵੀ ਐਡੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਮੌਸਮ ਐਡਾ ਖਰਾਬ ਨਹੀਂ ਹੈਗਾ ਜਿੰਨਾ ਆਪਾਂ ਨੂੰ ਦੇਖਣ ਨੂੰ ਲੱਗਦਾ। ਯੈਸ ਲਿਟਲ ਕੋਲਡਰ ਦੈਨ BC, ਬਟ ਉੱਥੇ ਫਿਰ ਇੰਨਾ ਮੀਂਹ ਵੀ ਨਹੀਂ ਪੈਂਦਾ। ਸਾਡੀ ਸਮਰ ਵੀ ਬਹੁਤ ਸੋਹਣੀ। ਕਈ ਦਫਾ ਕੀ ਹੈਗਾ ਵੀ ਸਾਡੇ ਕਾਫੀ ਏਦਾਂ ਦੇ ਲੋਕੀ ਹੈ ਨੇ ਜਿਹੜੇ ਕਈ ਸਾਨੂੰ ਵੀ ਫੋਨ ਕਰਦੇ ਨੇ, ਭਾਜੀ ਯਾਰ ਅਸੀਂ ਆ ਜਾਈਏ ਨਾ ਜਾਈਏ, ਕਨਫਿਊਜ਼ ਹੈ। ਸਾਡੇ ਦੋਸਤ ਬੈਠੇ ਕਹਿੰਦੇ ਨੇ ਨਹੀਂ ਯਾਰ ਐਡਮਿੰਟਨ ਨਹੀਂ ਜਾਣਾ ਹੈਗਾ, ਉੱਥੇ ਆਏ ਆ। ਮੈਂ ਉਹਨਾਂ ਨੂੰ ਕਹਿੰਦਾ ਵੀ ਇੱਕ ਦਫਾ ਵਿਜ਼ਿਟ ਕਰੋ, ਪ੍ਰੈਕਟੀਕਲੀ ਦੇਖੋ। ਹੁਣ ਜਿਹੜਾ ਬੰਦਾ ਨਹੀਂ ਆਇਆ ਉਹਨੂੰ ਕੀ ਪਤਾ, ਜਾਂ ਜਿਹੜਾ ਬੰਦਾ ਕਿਤੇ ਸੈਟਲਡ ਹੈਗਾ ਉਹ ਆਪਣੇ ਪੈਰ ਪੁੱਟ ਕੇ ਨਹੀਂ ਉੱਥੋਂ ਆਏਗਾ। ਠੀਕ ਹੈ ਨਾ, ਕੋਈ ਵੀ ਬੰਦਾ ਕਿਤੇ ਵੀ ਸੈਟਲ ਹੋਣਾ, ਤੁਸੀਂ ਸੈਟਲ ਹੋਣਾ ਚਾਹੁੰਦੇ ਹੋ, ਤੁਹਾਨੂੰ ਉੱਥੇ ਸਟਰਗਲ ਆ ਰਹੀ ਹੈ, ਤੁਹਾਨੂੰ ਘਰ ਦੇ ਵਿੱਚ ਦਿੱਕਤ ਆ ਰਹੀ ਹੈ, ਤੁਸੀਂ ਆਪਣੇ ਘਰ ਲੈ ਕੇ ਕਿੱਥੇ ਤੁਸੀਂ ਮਿਲੀਅਨ ਦੀ ਮੋਰਗੇਜ ਪੇ ਕਰਨੀ ਹੈ, ਕਿੱਥੇ ਤੁਸੀਂ 5 ਲੱਖ ਦੀ ਪੇ ਕਰਨੀ ਹੈ, ਇਨਕਮ ਉਹੀ ਹੈ। ਬੜਾ ਸੋਹਣਾ ਜਿਵੇਂ ਕਹਿੰਦਾ ਵੀ ਤੁਸੀਂ ਟੌਪਿਕ ਇਹ ਲੀਡ ਕਰ ਰਹੇ ਹੋ। ਹੁਣ ਬੰਦੇ ਕਹਿੰਦੇ ਨੇ ਤੁਸੀਂ ਰੀਅਲ ਸਟੇਟ ਕਰਦੇ ਹੋ, ਤੁਸੀਂ ਵੈਨਕੂਵਰ ਜਾ ਕਰ ਲਓ, ਟੋਰਾਂਟੋ ਜਾ ਕੇ ਕਰ ਲਓ, ਤੁਸੀਂ ਬਹੁਤ ਵਧੀਆ ਤੁਹਾਨੂੰ ਨੌਲੇਜ ਹੈ, ਤੁਸੀਂ ਬਹੁਤ ਵਧੀਆ ਵੈਲ ਸਪੋਕਨ ਹੋ। ਉਹ ਮੈਂ ਕਿਹਾ ਯਾਰ ਜਿਹੜਾ ਹੋਮ ਆ ਤੁਸੀਂ ਹੁਣ ਇਹ ਛੱਡ ਕੇ ਜਿਵੇਂ ਤੁਸੀਂ ਪੈਰ ਪੁੱਟ ਕੇ ਨਹੀਂ ਜਾ ਸਕਦੇ। ਹਾਂਜੀ ਕੋਈ ਮਜਬੂਰੀ ਹੋਗੀ, ਕੋਈ ਤੁਹਾਡਾ ਰੱਬ ਨਾ ਕਰੇ 100 ਚੀਜ਼ਾਂ ਹੋ ਜਾਂਦੀਆਂ ਨੇ, ਯੈਸ ਦੈਨ ਯੂ ਕੈਨ ਡੂ ਇਟ। ਪਰ ਤੁਹਾਡਾ ਹੁਣ ਤੁਸੀਂ ਇੱਥੇ ਰਹਿ ਰਹੇ ਹੋ, ਲੋਕੀ ਇੱਥੇ ਰਹਿ ਰਹੇ ਨੇ, ਕੰਮ ਚੱਲ ਰਹੇ ਨੇ, ਮਿਲੀਅਨੇਅਰ ਐਡਮਿੰਟਨ ਦੇ ਵਿੱਚ ਬਹੁਤ ਨੇ, ਬਹੁਤ ਵੱਡੇ ਘਰ ਨੇ, 5-5 ਮਿਲੀਅਨ ਦੇ ਘਰ ਬਣਦੇ ਨੇ। ਪਰ ਉਹ ਕਹਿੰਦੇ ਜਿੱਥੇ ਇੰਟਰਸਟ ਰੇਟ ਵੱਧ ਗਏ, ਇੱਥੇ ਘਰ ਦੀ ਅਫੋਰਡੇਬਿਲਟੀ ਹੈ ਨਹੀਂ। ਐਬਸੋਲੂਟਲੀ ਰੋਂਗ। ਸਭ ਤੋਂ ਵੱਡਾ ਦੂਜਾ ਟੌਪਿਕ ਇਹ ਹੁੰਦਾ ਜਿੱਥੇ ਜੌਬਾਂ ਹੈ ਨਹੀਂ, ਕੰਮ ਹੈ ਨਹੀਂ। ਆਪਾਂ ਕੰਪੈਰੇਟਿਵਲੀ ਦੇਖ ਲਈਏ, ਚਾਹੇ ਉਹ ਫਾਈਨੈਂਸ਼ੀਅਲ ਸੈਕਟਰ ਹੋਵੇ, ਚਾਹੇ ਉਹ ਮੈਨੇਜਮੈਂਟ ਸੈਕਟਰ ਹੋਵੇ, ਚਾਹੇ ਉਹ ਹੈਲਥ ਸੈਕਟਰ ਹੋਵੇ, ਜਿਹੜੀ ਤਨਖਾਹ ਵਾ ਇਜ਼ ਐਟ ਪਾਰ ਵਿਦ ਅੰਟੈਰੀਓ ਵਿਦ BC ਤੇ ਆਪਣਾ ਮਿਨੀਮਮ ਵੇਜ ਕਈ ਪ੍ਰੋਵਿੰਸਸ ਨਾਲੋਂ ਕਿਤੇ ਜ਼ਿਆਦਾ, ਜਿਹੜਾ ਮਿਨੀਮਮ ਵੇਜ ਆਪਾਂ ਗੱਲ ਕਰਦੇ ਹਾਂ। ਸੋ ਦੋ ਬੰਦੇ ਆਪਾਂ ਕਹਿ ਦਈਏ, ਇੱਕ ਹਸਬੈਂਡ ਵਾਈਫ ਜਾਂ ਜਿਵੇਂ ਕਹਿੰਦੇ ਲਿਵ ਇਨ, ਤੁਸੀਂ ਪਾਰਟਨਰਸ ਹੈਗੇ ਹੋ, ਤੁਸੀਂ ਵਧੀਆ ਬੇਸਿਕ ਜੌਬਸ ਕਰਕੇ 5 ਲੱਖ ਦਾ ਘਰ ਇੱਥੇ ਤੁਸੀਂ ਅਫੋਰਡ ਕਰ ਸਕਦੇ ਹੋ। ਉਹੀ ਘਰ ਤੁਹਾਨੂੰ ਸੇਮ ਜੌਬਸ ਦੇ ਵਿੱਚ, ਸੇਮ ਉਹਨਾਂ ਦੇ ਵਿੱਚ ਤੁਹਾਨੂੰ 8 ਲੱਖ 9 ਲੱਖ ਦਾ ਨਹੀਂ ਮਿਲਦਾ ਕਈ ਵਾਰੀ। ਦੋ ਜੌਬਸ ਕਰਕੇ ਵੀ ਉੱਥੇ ਨਹੀਂ ਉਹ ਕਰ ਸਕਦੇ। ਜਿਵੇਂ ਹੁਣ ਤੁਸੀਂ ਕਿਤੇ $1 ਮਿਲੀਅਨ ਦੀ ਮੋਰਗੇਜ ਤੇ 8%, ਕਿਤੇ 5 ਲੱਖ ਦੀ ਮੋਰਗੇਜ ਦਾ, ਤੇ ਜੌਬ ਦਾ ਕੋਈ ਬੜਾ ਡਿਫਰੈਂਸ ਨਹੀਂ। ਫਿਰ ਇੱਕ ਹੋਰ ਬਹੁਤ ਵਧੀਆ ਕੁਐਸਚਨ ਹੁੰਦਾ ਜੀ, ਇੱਥੇ ਮੈਨੇਜਮੈਂਟ ਦੀਆਂ ਜੌਬ ਹੈ ਨਹੀਂ, ਇੱਥੇ ਫਾਈਨੈਂਸ ਦੀਆਂ ਜੌਬ ਹੈ ਨਹੀਂ। ਇੱਥੇ ਬਿਲਕੁਲ ਹੈਗੀਆਂ ਨੇ। ਮੈਂ ਉਸ ਪ੍ਰਾਈਵੇਟ ਸੈਕਟਰ ਚੋਂ ਆਇਆ, ਮੈਂ ਪ੍ਰੋਜੈਕਟ ਕੰਟਰੋਲਰ ਸੀ ਕੰਸਟਰਕਸ਼ਨ ਕੰਪਨੀ ਦੇ ਵਿੱਚ, ਮੇਰੇ ਵਾਈਫ ਇੰਸ਼ੋਰੈਂਸ ਦਾ ਕੰਮ ਕਰਦੇ ਨੇ। ਮੈਨੂੰ ਪਤਾ ਮੇਰੇ ਫਰੈਂਡ ਸਰਕਲ ਦੇ ਵਿੱਚ ਇੱਥੇ ਹੈਲਥ ਦੇ ਨਾਲ ਜੁੜੇ ਹੋਏ ਨੇ, ਪ੍ਰੋਜੈਕਟ ਮੈਨੇਜਮੈਂਟ ਕਰਦੇ ਨੇ, IT ਦੇ ਨਾਲ ਜੌਬਸ ਇੱਥੇ ਬਹੁਤ ਹੈਗੀਆਂ ਨੇ। ਕਿਉਂਕਿ ਇੱਥੇ ਜੇ ਆਪਾਂ ਦੇਖੀਏ ਰੈਜ਼ੀਡੈਂਸ਼ੀਅਲ ਸਪੇਸ ਸਸਤਾ, ਕਮਰਸ਼ੀਅਲ ਸਪੇਸ ਵੀ ਸਸਤਾ। ਫਿਰ ਕੰਪਨੀਆਂ ਉਹ ਇੱਥੇ ਕਮਰਸ਼ੀਅਲ ਸਪੇਸ ਵੀ ਲੀਜ਼ ਕਰ ਰਹੀਆਂ ਨੇ, ਉੱਥੇ ਵੀ ਇਹਨਾਂ ਦੇ ਆਫਿਸਿਸ ਹੈਗੇ ਨੇ, ਚਾਹੇ ਉਹ ਰੋਜਰਸ ਹੋਵੇ, CTV ਹੋਵੇ, ਬੈਲ ਹੋਵੇ। ਯੈਸ ਦੇ ਹੈਵ IT ਪੀਪਲ ਆਲ ਕਮਿੰਗ ਇਨ ਵਰਕਿੰਗ ਰਿਮੋਟਲੀ ਐਨੀਵੇਜ਼। ਸੋ ਇਹ ਕੋਈ ਇਹ ਨਹੀਂ ਹੈਗਾ ਵੀ ਇੱਥੇ ਜੌਬਸ ਅਫੋਰਡੇਬਿਲਟੀ ਹੈ ਨਹੀਂ, ਜਾਂ ਇੱਥੇ ਪ੍ਰੋਜੈਕਟ ਮੈਨੇਜਮੈਂਟ ਜੌਬਾਂ ਹੈ ਨਹੀਂ। ਐਬਸੋਲੂਟਲੀ ਉਹ ਸਾਰੇ ਕਿਤੇ ਹੈਗੀ। ਬਿਲਕੁਲ ਇਹ ਚੀਜ਼ਾਂ ਦੋਸਤੋ ਸਾਨੂੰ ਜਿਹੜੀ ਹੈਗੀ ਆ ਕਾਫੀ ਗੱਲਾਂ ਜਿਹੜੀਆਂ ਹੁੰਦੀਆਂ ਨੇ, ਅਸੀਂ ਕਿਸੇ ਨੂੰ ਇਹ ਨਹੀਂ ਕਹਿ ਰਹੇ ਵੀ ਓਨਟਾਰੀਓ BC ਜਾਂ ਉੱਧਰੋਂ ਉਹ ਮਾੜੀਆਂ ਨੇ, ਨਹੀਂ, ਉਹ ਵੀ ਆਪਣੇ ਆਪ 'ਚ ਵਧੀਆ ਨੇ। ਲੇਕਿਨ ਜੇਕਰ ਤੁਸੀਂ ਇੱਥੇ ਆਉਣਾ ਚਾਹੁੰਦੇ ਹੋ, ਜੇ ਤੁਹਾਨੂੰ ਸੋਚ ਰਹੇ ਹੋ ਜਾਂ ਤੁਹਾਡੀ ਸੈਟਲਮੈਂਟ ਦੇ ਵਿੱਚ, ਜਿਵੇਂ ਘਰਾਂ ਦੇ ਵਿੱਚ ਉੱਥੇ ਲੋਕੀ ਕਾਫੀ ਪਰੇਸ਼ਾਨ ਹੈਗੇ ਨੇ, ਤੁਸੀਂ ਇੱਥੇ ਮੂਵ ਕਰਨਾ ਚਾਹੁੰਦੇ ਹੋ, ਇੱਕ ਰੀਅਲ ਸਟੇਟ, ਇੱਕ ਐਕਟਿਵ ਰੀਅਲ ਸਟੇਟ ਏਜੰਟ ਦੀ ਤੁਹਾਨੂੰ ਜ਼ਰੂਰਤ ਹੈਗੀ ਹੈ, ਤਾਂ ਤੁਸੀਂ ਨੈਮ ਕੁਲਾਰ ਜੀ ਦੇ ਨਾਲ ਜ਼ਰੂਰ ਗੱਲਬਾਤ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਸਕਰੀਨ ਦੇ ਉੱਤੇ ਜਾਰੀ ਹੈ। ਤੁਸੀਂ ਕੋਈ ਵੀ ਇਨਫੋਰਮੇਸ਼ਨ ਲੈਣੀ ਹੈ ਵੀ ਕਿੱਦਾਂ ਦੇ ਘਰ ਨੇ, ਤੁਹਾਨੂੰ ਕਿੱਦਾਂ ਤੁਸੀਂ ਤੁਹਾਡੀ ਮੋਰਗੇਜ ਹੈਗੀ ਆ, ਕਿੱਦਾਂ ਕਿਹੜੇ ਏਰੀਏ ਦੇ ਵਿੱਚ ਤੁਸੀਂ ਘਰ ਲੈ ਸਕਦੇ ਹੋ, ਤਾਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਤੁਸੀਂ ਇਹਨਾਂ ਦੇ ਨਾਲ ਫੋਨ ਕਾਲ ਦੇ ਉੱਤੇ ਵੀ ਡਿਸਕਸ ਕਰ ਸਕਦੇ ਹੋ, ਅਪਾਇੰਟਮੈਂਟ ਬਣਾ ਕੇ ਮਿਲ ਵੀ ਸਕਦੇ ਹੋ। ਟਾਈਮ ਟੂ ਟਾਈਮ ਅਸੀਂ ਇਸ ਪਲੇਟਫਾਰਮ ਦੇ ਰਾਹੀਂ ਤੁਹਾਨੂੰ ਅਲੱਗ-ਅਲੱਗ ਟੌਪਿਕਸ ਦੇ ਉੱਤੇ, ਖਾਸ ਕਰਕੇ ਰੀਅਲ ਸਟੇਟ ਦੇ ਉੱਤੇ ਤੁਹਾਨੂੰ ਇੱਕ ਇਨਫੋਰਮੇਸ਼ਨ ਦਿੰਦੇ ਰਵਾਂਗੇ, ਤਾਂ ਕਿ ਤੁਸੀਂ ਜਿੱਥੇ ਵੀ ਬੈਠੇ ਹੈਗੇ ਹੋ ਐਲਬਰਟਾ ਦੀ ਮਾਰਕੀਟ ਦੇ ਬਾਰੇ ਵਿੱਚ ਜੇਕਰ ਜਾਣਕਾਰੀ ਲੈਣਾ ਚਾਹੁੰਦੇ ਹੋ, ਡੇਲੀ ਅਪਡੇਟ ਹੋਣਾ ਚਾਹੁੰਦੇ ਹੋ, ਤਾਂ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਸ਼ੇਅਰ ਲਾਈਕ ਕਰਦੇ ਰਿਹਾ ਕਰੋ। ਇਹਨੂੰ ਅਸੀਂ YouTube ਚੈਨਲ ਦੇ ਉੱਤੇ, ਸਾਡੇ ਹਨੀ ਵਾਲੀਆ ਸ਼ੋਜ਼ ਫੇਸਬੁੱਕ ਪੇਜ ਦੇ ਉੱਤੇ, ਸਾਡੇ ਇੰਸਟਾਗ੍ਰਾਮ ਦੇ ਉੱਤੇ ਸਾਡੇ ਜਿਹੜੇ ਇਹਨਾਂ ਪੇਜਸ ਨੂੰ ਫੋਲੋ ਕਰ ਲਓ, ਤਾਂ ਕਿ ਤੁਹਾਨੂੰ ਡੇਲੀ ਅਪਡੇਟ ਹੁੰਦੇ ਰਹੇ। ਤਾਂ ਉੱਥੇ ਫਿਰ ਆਨਾ ਸਰ ਮੁੜ ਕੇ ਵੀ ਐਲਬਰਟਾ ਦੇ ਵਿੱਚ ਅਗਰ ਆਪਾਂ ਘਰ ਲਈਏ, ਪੁਆਇੰਟ ਇਹੀ ਹੈਗਾ ਵੀ ਹੁਣ ਲੋਕਾਂ ਦੀ ਇਹ ਤਾਂ ਹੈ ਹੀ ਹੈ ਵੀ ਲੋਕਾਂ ਦੇ ਪਹਿਲਾਂ ਸੀਗਾ ਵੀ ਉੱਥੇ ਤਾਂ ਜੀ ਬੰਦਾ ਨਹੀਂ ਦਿਖਦਾ ਹੈਗਾ ਕੋਈ, ਉੱਥੇ ਬਹੁਤ ਦੂਰ ਦੂਰ ਤੱਕ। ਹੁਣ ਅਸੀਂ ਦੇਖਦੇ ਹਾਂ ਵੀ ਇੱਥੋਂ ਆਫਿਸ ਤੋਂ ਵੀ ਅਸੀਂ ਘਰੇ ਜਾਣਾ ਹੁੰਦਾ, ਅਸੀਂ ਵੀ ਡੇਲੀ ਫੇਸ ਕਰਦੇ, ਅੱਧੇ ਘੰਟੇ ਦਾ ਜਾਮ ਲੱਗਿਆ ਹੁੰਦਾ। ਅਸੀਂ ਇਹ ਸੋਚਦੇ ਵੀ ਯਾਰ ਬੰਦੇ ਲੋਕੀ ਆ ਕਿੱਥੋਂ ਗਏ ਨੇ। ਤੇ ਬਹੁਤ ਜ਼ਿਆਦਾ ਜਿਹੜੀ ਹੈਗੀ ਹੈ ਪਿਛਲੇ ਸਾਲ ਦੇ ਵਿੱਚ ਬਹੁਤ ਲੋਕੀ ਮੂਵ ਹੋਏ ਨੇ ਓਨਟਾਰੀਓ BC ਤੋਂ ਐਲਬਰਟਾ ਦੇ ਵਿੱਚ, ਐਡਮਿੰਟਨ ਦੇ ਵਿੱਚ, ਚਾਹੇ ਕੈਲਗਰੀ ਦੇ ਵਿੱਚ, ਬਹੁਤ ਜ਼ਿਆਦਾ। ਤੇ ਘਰਾਂ ਦੀ ਜਿਹੜੀ ਰੀਅਲ ਸਟੇਟ ਮਾਰਕੀਟ ਹੈਗੀ, ਜਿਵੇਂ ਹੋਰ ਏਰੀਆਜ਼ ਦੇ ਵਿੱਚ ਕਾਫੀ ਜ਼ਿਆਦਾ ਬ੍ਰੇਕਡਾਊਨ ਹੋਇਆ ਸੀਗਾ ਇੰਟਰਸਟ ਰੇਟਸ ਕਰਕੇ। ਮਾਰਕੀਟ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਵੀ ਮਾਰਕੀਟ, ਹੁਣ ਬੰਦਾ ਸੋਚਦਾ ਵੀ ਮੈਂ ਜੀ ਹੁਣ ਘਰ ਲਵਾਂ, ਨਹੀਂ ਜੀ ਰੇਟ ਆਫ ਇੰਟਰਸਟ ਬਹੁਤ ਜ਼ਿਆਦਾ ਹੈਗੇ ਨੇ, ਜਾਂ ਮੈਂ 6 ਮਹੀਨੇ ਬਾਅਦ ਲਵਾਂ ਜਦੋਂ ਰੇਟ ਆਫ ਇੰਟਰਸਟ ਘਟ ਜਾਣਗੇ। ਤੁਹਾਡਾ ਕੀ ਮੰਨਣਾ ਹੈਗਾ ਕਿ ਮਾਰਕੀਟ ਦੇ ਵਿੱਚ ਬਾਇਰ ਹੈ, ਮਾਰਕੀਟ ਦੇ ਵਿੱਚ ਜਿਹੜੇ ਹੈਗੇ ਨੇ ਘਰਾਂ ਦੀ ਪੋਜੀਸ਼ਨ ਕੀ ਹੈਗੀ ਹੈ ਮਾਰਕੀਟ ਪ੍ਰਾਈਸ ਦੀ? ਦੇਖੋ ਜੀ, ਮੈਂ ਥੋੜੇ 2 ਪੁਆਇੰਟ ਇਕੱਠੇ ਕਰਨਾ। ਕਿ ਤਾਂ ਪਹਿਲਾਂ ਤੁਸੀਂ ਪੁਆਇੰਟ ਕਰ ਰਹੇ ਸੀ, ਅਸੀਂ ਇਹ ਨਹੀਂ ਕਰ ਰਹੇ ਕਿਸੇ ਨੂੰ ਵੀ ਅੰਟੈਰੀਓ ਤੋਂ BC ਤੁਸੀਂ ਮੂਵ ਹੋ, ਪਰ ਜੇ ਤੁਸੀਂ ਉੱਥੇ ਅਫੋਰਡੇਬਿਲਟੀ ਨਹੀਂ ਹੈਗੀ, ਤੁਸੀਂ ਸੇਮ ਜੌਬ ਕਰ ਰਹੇ ਹੋ, IT ਦੀ ਜੌਬ ਕਰ ਰਹੇ ਹੋ, ਮੈਨੇਜਮੈਂਟ ਦੀ ਜੌਬ ਕਰ ਰਹੇ ਹੋ, ਹੈਲਥ ਜੌਬ ਕਰ ਰਹੇ ਹੋ, ਇੱਥੇ ਆਪਣੇ ਕੋਲ ਉਹ ਅਫੋਰਡੇਬਿਲਟੀ ਕੰਪੈਰੇਟਿਵਲੀ ਜੇ ਤੁਸੀਂ ਸਟਾਰਟ ਕਰ ਲਓ,
ਤੁਸੀਂ ਉੱਥੇ ਸੈਟ ਲਓ, ਤੁਸੀਂ ਆਲਰੇਡੀ ਘਰ ਲਿਆ ਹੋਇਆ, ਤੁਹਾਡੇ ਕੋਲ ਐਕੁਇਟੀ ਹੈਗੀ ਆ, ਇੰਟਰਸਟ ਰੇਟ ਅਪ ਐਂਡ ਡਾਊਨ ਡਸਨਟ ਮੈਟਰ। ਸੋ ਹੁਣ ਇੰਟਰਸਟ ਰੇਟ ਦੀ ਗੱਲ ਆ ਜਾਂਦੀ ਵੀ ਇੱਥੇ ਅਫੋਰਡੇਬਿਲਿਟੀ ਦੀ। ਜਦੋਂ ਹੁਣ ਇੰਟਰਸਟ ਰੇਟ ਅਪ ਹੈਗਾ, ਇਟਸ ਦ ਬੈਸਟ ਟਾਈਮ ਟੂ ਬਾਏ, ਕਿਉਂਕਿ ਘਰਾਂ ਦੀ ਪ੍ਰਾਈਸ ਸਟੇਬਲ ਆ, ਇਟਸ ਨਾਟ ਗੋਇੰਗ ਅਪ, ਇਟਸ ਨਾਟ ਫਲਕਚੁਏਟ। ਜਦੋਂ ਇੰਟਰਸਟ ਰੇਟ ਡਾਊਨ ਹੋਣਾ ਸ਼ੁਰੂ ਹੋ ਗਿਆ, ਦੈਟ ਮਾਰਕੀਟ ਵਿਲ ਜੰਪ ਅਪ। ਜੰਪ ਕਾਤੇ ਕਰਨੀ ਹੈ? ਕਿਉਂਕਿ ਹਰ ਇੱਕ ਬੰਦੇ ਦੀ ਅਫੋਰਡੇਬਿਲਿਟੀ ਵੱਧ ਜਾਣੀ ਹੈ, ਕਿਉਂਕਿ ਇੰਟਰਸਟ ਰੇਟ ਘਟ ਜਾਣਾ। ਸੋ ਇਫ ਦੇਅਰਸ ਮੋਰ ਡਿਮਾਂਡ, ਜੇ ਹੁਣ ਬਾਇਰ ਜ਼ਿਆਦਾ ਅਫੋਰਡ ਕਰ ਸਕਦੇ ਨੇ, ਤੇ ਉਹ ਚਾਹੇ ਬਾਹਰਲੇ ਬਾਇਰ ਹੋਣ, ਚਾਹੇ ਉਹ ਇੰਟਰਨਲ ਅਲਬਰਟਾ 'ਚ ਆਲਰੇਡੀ ਰਹਿੰਦੇ ਨੇ ਬਾਇਰ ਹੋਣ, ਤਾਂ ਓਬਵੀਅਸਲੀ ਉਹਨਾਂ ਨੇ ਕਹਿਣਾ ਵੀ ਅਸੀਂ ਹੁਣ ਘਰ ਲੈ ਲਈਏ। ਸੋ ਰਾਈਟ ਨਾਓ ਤੇ ਉਹ ਇੰਟਰਸਟ ਰੇਟ, ਹੁਣ ਮੈਂ ਕਹਿੰਦਾ ਹੁੰਦਾ ਵੀ ਜੇ ਤੁਸੀਂ ਅੱਜ ਘਰ ਲੈਂਦੇ ਹੋ, ਮੰਨ ਲਓ 5 ਲੱਖ ਦਾ, 7% 6% ਤੁਹਾਡਾ ਅਪਰੂਵਲ ਰੇਟ ਹੈ, 8% ਤੇ ਤੁਹਾਨੂੰ 5 5.5 6% ਤੇ ਮੋਰਗੇਜ ਮਿਲ ਰਹੀ ਹੈ। ਪਰ ਜੇ ਉਹ ਰੇਟ ਹੁਣ ਤੁਸੀਂ 1% ਘਟ ਗਿਆ ਅਗਲੇ 6 ਮਹੀਨਿਆਂ ਦੇ ਵਿੱਚ, ਉਹ 5 ਲੱਖ ਵਾਲਾ ਘਰ $25,000 ਹੋ ਜਾਣਾ ਡੈਫੀਨਿਟਲੀ। ਤੇ ਉਹ ਇੰਟਰਸਟ ਰੇਟ ਟੈਂਪਰੇਰੀ ਆ, ਉਹ ਤੁਸੀਂ 6 ਮਹੀਨੇ ਲਈ ਲੌਕ ਕਰ ਲਓ, 1 ਸਾਲ ਲਈ ਤੁਸੀਂ ਵੇਰੀਏਬਲ ਓਪਨ ਰੱਖ ਲਓ, 1.5 ਸਾਲ ਲਈ ਰੱਖ ਲਓ, 2 ਸਾਲ ਲਈ ਰੱਖ ਲਓ, ਐਂਡ ਦ ਟ੍ਰੈਂਡ ਇਜ਼ ਗੋਇੰਗ ਟੂ ਬੀ ਡਾਊਨ ਇਨ ਦ ਨੈਕਸਟ ਈਅਰ ਐਂਡ ਹਾਫ। ਤੇ ਉਹ ਤੁਹਾਡੀ ਜਿਹੜੀ $25,000 ਤੁਸੀਂ ਉਹ ਬਚਾ ਲਿਆ, ਯੂ ਕੈਨ ਨੈਵਰ ਮੇਕ ਅਪ ਇਨ ਤੁਸੀਂ ਇੰਟਰਸਟ ਰੇਟ ਜਿੰਨਾ ਮਰਜ਼ੀ, ਤੇ ਉਹ ਫਲਕਚੁਏਸ਼ਨ ਆਉਣੀ ਰਹਿਣੀ ਆ। ਹੁਣ ਅਸੀਂ ਵੀ ਚਾਹੇ ਘਰ 10 ਸਾਲ ਪਹਿਲਾਂ ਖਰੀਦੇ ਸੀ, 15 ਸਾਲ ਸਾਡੀ ਵੀ ਮੋਰਗੇਜ ਰਿਨਿਊਅਲ ਹੋਣੀ ਆ, ਸਾਨੂੰ ਵੀ ਉਹ ਹਾਈ ਇੰਟਰਸਟ ਰੇਟ ਪੇ ਕਰਨਾ ਪੈਣਾ। ਬਿਲਕੁਲ ਕਰਨਾ। ਬਟ ਦ ਮਾਰਕੀਟ ਵਿਲ ਗੋ ਅਪ ਐਂਡ ਇਟ ਕੀਪਸ ਗੋਇੰਗ ਅਪ। ਉਹਦਾ ਰੀਜ਼ਨ ਜਿਵੇਂ ਤੁਸੀਂ ਪਹਿਲਾਂ ਦੱਸਿਆ, ਅਲਬਰਟਾ ਦੇ ਵਿੱਚ ਮਾਈਗ੍ਰੈਂਟ ਬਹੁਤ ਹੋ ਰਹੀ। ਫਰਸਟ ਕੁਆਰਟਰ ਆਫ 2023 ਵਾਸ ਦ ਬਿਗੇਸਟ ਮਾਈਗ੍ਰੈਂਟ ਇਨਟੂ ਅਲਬਰਟਾ ਫਰਮ ਇੰਟਰਨਲ ਕੈਨੇਡਾ। ਇਹ ਨਹੀਂ ਵੀ ਆਪਾਂ ਕਹਿੰਦੇ ਵੀ ਬਾਹਰੋਂ ਆਏ, ਨੋ, ਵਿਦਨ ਕੈਨੇਡਾ ਜਿਹੜੀ ਪ੍ਰੋਵਿੰਸ਼ੀਅਲ ਮੂਵਮੈਂਟ ਹੋਈ ਆ ਲੋਕਾਂ ਦੀ, ਅਲਬਰਟਾ ਦੇ ਵਿੱਚ ਫਰਸਟ ਕੁਆਰਟਰ ਦੇ ਵਿੱਚ ਸਭ ਤੋਂ ਜ਼ਿਆਦਾ ਹੈ। ਕੈਲਗਰੀ ਮਾਰਕੀਟ ਰਾਈਟ ਨਾਓ ਇਜ਼ ਦ ਹੌਟੈਸਟ ਮਾਰਕੀਟ ਇਨ ਕੈਨੇਡਾ। ਅਫੋਰਡੇਬਿਲਿਟੀ ਹੈਗੀ ਆ, ਤੇ ਇੱਕ ਉੱਥੇ ਅਵੇਲੇਬਿਲਿਟੀ ਹੈਗੀ ਆ, ਰਾਈਟ। ਸੋ ਪੀਪਲ ਆਰ ਮੂਵਿੰਗ ਦੇਅਰ, ਚਾਹੇ ਆਪਾਂ ਕਹਿ ਦਈਏ ਲੋਕੇਸ਼ਨ ਵਾਈਜ਼, ਚਾਹੇ ਆਪਾਂ ਕਹਿ ਦਈਏ ਵਿਊ ਵਾਈਜ਼ ਵਧੀਆ ਹੈ ਸ਼ਹਿਰ, ਪਰ ਸੇਮ ਥਿੰਗ, ਪੀਪਲ ਆਰ ਮੂਵਿੰਗ ਦੇਅਰ। ਤੇ ਜੇ ਇੰਟਰਸਟ ਰੇਟ ਘਟ ਗਏ, ਦੈਟ ਪ੍ਰਾਈਸ ਇਜ਼ ਗੋਇੰ ਟੂ ਜੰਪ $20,000 $25,000 $30,000 ਐਵਰੇਜ ਘਰ ਦੀ ਪ੍ਰਾਈਸ ਮਗਰ ਫਰਕ ਪੈ ਜਾਣਾ। ਸੇਮ ਥਿੰਗ ਲੈਮਿੰਟਨ, ਪੀਪਲ ਆਰ ਮੂਵਿੰਗ ਹੇਅਰ। ਹੁਣ ਮਾਰਕੀਟ ਸਟੇਬਲ ਹੈ, ਚਾਹੇ ਇੰਟਰਸਟ ਰੇਟ ਅਪ ਵੀ ਚਲੇ ਗਿਆ, ਪਰ ਲੋਕੀ ਮੂਵ ਹੋ ਰਹੇ ਨੇ, ਸੋ ਦੇਅਰ ਇਜ਼ ਮੋਰ ਡਿਮਾਂਡ। ਸੋ ਜੇ ਤੁਸੀਂ ਅੱਜ ਘਰ ਲੈਂਦੇ ਹੋ, ਇੰਟਰਸਟ ਰੇਟ ਤੁਸੀਂ ਸਾਲ 1.5 ਸਾਲ ਲਈ ਲੌਕ ਕਰ ਲਿਓ, ਯੂ ਆਰ ਲਾਫਿੰਗ, ਯੂ ਆਰ ਹੈਪੀ। ਯਾ ਤੁਸੀਂ ਵੇਟ ਕਰਨਾ ਚਾਹੁੰਦੇ ਹੋ, ਤੁਸੀਂ ਕਰ ਸਕਦੇ ਹੋ, ਬਟ it's never hold and then hold and buy. No, you always buy and hold and hold and hold. Hold and hold. Right. That's just real estate ਦਾ simple fund ਹੈ। ਤੁਸੀਂ ਅੱਜ buy ਕਰੋ, ਪ੍ਰੋਪਰਟੀ ਨੂੰ hold ਕਰੋ, don't wait ਵੀ ਹਾਂ ਅਸੀਂ ਦੇਖੀਏ ਮਾਰਕੀਟ ਕਦੋਂ। You can never guess, you can never chase the real estate market. So much fluctuation. It's a long term game. ਤੁਸੀਂ ਘਰ as an investor ਲੈਣਾ ਤਾਂ different story ਹੈਗੀ ਹੈ, but as a residential homeowner ਤੁਸੀਂ ਘਰ ਲੈਣਾ, ਤੁਸੀਂ 20 ਸਾਲ 25 ਸਾਲ ਉਹਨੂੰ ਰੱਖਣਾ is probably the best time to buy it when you have a job and you have a stable income and get that affordability. ਰਾਈਟ ਬਿਲਕੁਲ ਦੋਸਤੋ, ਨੈਮ ਜੀ ਨੇ ਬੜਾ ਵਧੀਆ ਦੱਸਿਆ ਕਿ ਤੁਹਾਨੂੰ ਦੇਖੋ ਘਰ ਤਾਂ ਤੁਸੀਂ ਲੈਣਾ ਹੀ ਹੈ, ਐਟ ਦਾ ਐਂਡ ਅੱਜ ਨਹੀਂ ਲੈਣਾ। ਜੇ ਤੁਸੀਂ ਕਹਿ ਰਹੇ ਹੋ ਵੀ ਇੰਟਰਸਟ ਰੇਟ ਘਟ ਜਾਣਗੇ ਤਾਂ ਉਦੋਂ ਪ੍ਰਾਈਸ ਵੱਧ ਜਾਣਗੇ, ਓਵਰਆਲ ਫਿਰ ਤੁਹਾਨੂੰ ਨੁਕਸਾਨ ਹੋਣਾ। ਅੱਜ ਤੁਹਾਨੂੰ ਇੱਕ ਬੈਸਟ ਪ੍ਰਾਈਸ ਤੇ ਅਗਰ ਘਰ ਮਿਲ ਰਿਹਾ ਹੈਗਾ, ਤੁਸੀਂ ਅੱਜ ਲੌਕ ਵੀ ਕਰ ਲੈਂਦੇ ਹੋ ਜਾਂ ਤੁਸੀਂ ਵੈਰੀਏਬਲ ਵੀ ਲੈ ਲੈਂਦੇ ਹੋ ਮੋਰਗੇਜ, ਤਾਂ ਵੀ ਤੁਹਾਡੇ ਕੋਲੇ ਬਹੁਤ ਜ਼ਿਆਦਾ ਆਪਸ਼ਨਸ ਹੈਗੀਆਂ ਨੇ ਕਿ ਤੁਸੀਂ ਕਦੀ ਵੀ ਇਹਨੂੰ ਜਿਹੜੀ ਹੈਗੀ ਹੈ, ਕਿਉਂਕਿ ਰੈਂਟ ਜਿਹੜਾ ਦੇਣਾ ਹੈਗਾ ਠੀਕ ਹੈ, ਅਫੋਰਡ ਨਹੀਂ ਕਰ ਪਾ ਰਹੇ, ਰੈਂਟ ਜਿਹੜਾ ਹੈਗਾ ਤੁਸੀਂ ਦੇਈ ਜਾਓ, ਲੇਕਿਨ ਜੇ ਤੁਸੀਂ ਥੋੜਾ ਬਹੁਤਾ ਅਫੋਰਡ ਕਰ ਪਾ ਰਹੇ ਹੋ, ਸਿਰਫ ਰੇਟ ਆਫ ਇੰਟਰਸਟ ਨੂੰ ਦੇਖ ਕੇ ਇਹ ਨਾ ਸੋਚੋ ਵੀ ਮੈਂ ਹੁਣ ਨਹੀਂ ਕਰ ਲਵਾਂਗਾ, ਮੈਂ ਬਾਅਦ ਚ ਲਵਾਂਗਾ। ਜੇ ਤੁਹਾਡੇ ਕੋਲੇ ਡਾਊਨ ਪੇਮੈਂਟ ਦਾ ਅਰੇਂਜਮੈਂਟ ਹੈਗਾ, ਸਾਰਾ ਕੁਝ ਹੈਗਾ, ਸਿਰਫ ਤੁਸੀਂ ਰੇਟ ਆਫ ਇੰਟਰਸਟ ਕਰਕੇ ਹੀ ਫਸੇ ਹੋਏ ਹੋ, ਤਾਂ ਤੁਹਾਨੂੰ ਜਿਹੜਾ ਹੈਗਾ ਡਿਸੀਜਨ ਆਪਣਾ ਬਣਾ ਲੈਣਾ ਚਾਹੀਦਾ ਹੈਗਾ। ਬਾਕੀ ਤੁਸੀਂ ਕਿਤੇ ਵੀ ਬੈਠੇ ਹੈਗੇ ਹੋ, ਤੁਸੀਂ ਅਲਬਰਟਾ, ਐਡਮਿੰਟਨ ਦੇ ਵਿੱਚ ਜਾਂ ਕੈਲਗਰੀ ਦੇ ਵਿੱਚ ਜਾਂ ਪੂਰੇ ਅਲਬਰਟਾ ਦੇ ਵਿੱਚ ਕਿਤੇ ਵੀ ਪ੍ਰਾਪਰਟੀ ਲੈਣਾ ਚਾਹੁੰਦੇ ਹੋ, ਰੈਜ਼ੀਡੈਂਸ਼ੀਅਲ ਪ੍ਰਾਪਰਟੀ ਲੈਣਾ ਚਾਹੁੰਦੇ ਹੋ, ਤਾਂ ਨੈਮ ਕੁਲਾਰ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ। ਇਹਨਾਂ ਦਾ ਫੋਨ ਨੰਬਰ ਰੈਗੂਲਰ ਸਕਰੀਨ ਦੇ ਉੱਤੇ ਜਾਰੀ ਹੈ। ਤੁਹਾਨੂੰ ਇਹਨਾਂ ਤੋਂ ਕਿਸੇ ਦੇ ਬਾਰੇ ਕੋਈ ਕੁਐਸਚਨ ਪੁੱਛਣਾ ਹੈਗਾ, ਇਸ ਪਲੇਟਫਾਰਮ ਦੇ ਰਾਹੀਂ ਵੀ ਤੁਹਾਡੇ ਜਿਹੜਾ ਹੈਗਾ ਕੁਐਸਚਨ ਪੁੱਛਿਆ ਜਾਏਗਾ, ਤੇ ਤੁਸੀਂ ਸਾਡੇ ਨਾਲ ਰੈਗੂਲਰ ਇਹਨਾਂ ਸ਼ੋਜ਼ ਨੂੰ ਬਣ ਕੇ ਕੋਈ ਸ਼ੇਅਰ ਕਰ ਦਿਆ ਕਰੋ, ਤਾਂ ਕਿ ਕਿਸੇ ਨਾ ਕਿਸੇ ਨੂੰ ਜ਼ਰੂਰ ਫਾਇਦਾ ਹੋ ਜਾਵੇ। ਬਹੁਤ ਲੋਕੀ ਜਿਹੜੇ ਹੈਗੇ ਨੇ ਅਲਬਰਟਾ ਦੇ ਵਿੱਚ ਆ ਕੇ, ਉਹਨਾਂ ਨੂੰ ਇੱਕ ਵਧੀਆ ਜਿਹੜਾ ਹੈਗਾ ਰੀਅਲ ਸਟੇਟ ਏਜੰਟ ਨਹੀਂ ਮਿਲਦਾ। ਕਈ ਦਫਾ ਉਹ ਵਿਚਾਰੇ ਆਉਂਦੇ ਨੇ, ਇੰਨੀਆਂ ਟਿਕਟਾਂ ਲਗਾ ਕੇ ਇੱਥੇ 10-15 ਦਿਨ ਵਿਚਾਰੇ ਘੁੰਮ ਘੰਮ ਕੇ ਫਿਰ ਵਾਪਸ ਚਲੇ ਜਾਂਦੇ ਨੇ। ਬੈਟਰ ਕਿ ਤੁਸੀਂ ਪਹਿਲਾਂ ਹੀ ਫੋਨ ਦੇ ਉੱਤੇ ਕਨਵਰਸੇਸ਼ਨ ਕਰਕੇ ਥੋੜਾ ਬਹੁਤਾ, ਤਾਂ ਕਿ ਤੁਸੀਂ ਜਦੋਂ ਆਓ ਇੱਥੇ ਤਾਂ ਤੁਹਾਡੇ ਲਈ ਜਿਹੜੀ ਸ਼ੋਇੰਗਸ ਨੇ, ਘਰਾਂ ਦੀਆਂ ਸ਼ੋਇੰਗਸ ਨੇ, ਬੁੱਕ ਕੀਤੀਆਂ ਹੋਣ ਪਹਿਲਾਂ ਹੀ, ਤੇ ਤੁਸੀਂ ਆਪਣਾ ਜਿਹੜਾ ਹੈਗਾ ਘਰ ਦੇਖ ਕੇ ਪਸੰਦ ਕਰਕੇ ਆਪਣਾ ਫਾਈਨਲ ਕਰ ਸਕਦੇ ਹੋ। ਤਾਂ ਨੈਮ ਜੀ, ਜੇ ਆਪਾਂ ਗੱਲ ਕਰੀਏ ਰੀਅਲ ਸਟੇਟ ਦੇ ਵਿੱਚ ਤੁਹਾਡੇ ਜਿਹੜੇ ਆਪਣੇ ਤੁਸੀਂ ਜਿਹੜੀ ਹੈਗੀ ਹੈ, ਤੁਸੀਂ ਕੀ ਕਹਿੰਦੇ ਹੋ ਵੀ ਜਿਹੜਾ ਇੱਕ ਸਪੈਸ਼ਲੀ ਓਨਟਾਰੀਓ ਜਾਂ BC ਤੋਂ ਜਿਹੜੇ ਲੋਕੀ ਮੂਵ ਹੋ ਰਹੇ ਨੇ, ਐਡਮਿੰਟਨ ਦੀ ਅਗਰ ਆਪਾਂ ਗੱਲ ਕਰੀਏ, ਇੱਥੇ ਘਰਾਂ ਦੇ ਵਿੱਚ ਤੁਹਾਨੂੰ ਕਿਹੜੇ ਕੁਝ ਏਰੀਆਜ਼ ਦੇ ਉੱਤੇ ਵੀ ਕਾਫੀ ਜ਼ਿਆਦਾ ਲੋਕਾਂ ਦੀ ਉਹ ਹੁੰਦੀ ਆ ਵੀ ਕਿਹੜੇ ਏਰੀਏ ਨੂੰ ਅਸੀਂ ਸਿਲੈਕਟ ਕਰੀਏ। ਬਿਲਕੁਲ, ਵੀ ਹੁਣ ਜਿਹੜੇ ਨਵੇਂ ਬੰਦੇ ਨੂੰ ਨਹੀਂ ਪਤਾ ਹੁੰਦਾ ਵੀ ਮੈਂ ਕਿਹੜਾ ਏਰੀਆ 'ਚ ਜਾਵਾਂ, ਉਹ ਏਰੀਆ 'ਚ ਹੀ ਕਨਫਿਊਜ਼ ਹੋ ਜਾਂਦੇ ਨੇ ਵੀ ਭਾਜੀ ਮੈਂ ਕਿੱਥੇ ਆਉਂ। ਫਿਰ ਜੇ ਬੰਦਾ, ਹੁਣ ਤੁਸੀਂ ਐਡਮਿੰਟਨ ਦੇ ਵਿੱਚ ਲੱਖਾਂ ਹੀ ਘਰ ਲੱਗੇ ਹੋਏ ਨੇ ਸੇਲ ਦੇ ਉੱਤੇ, ਹੁਣ ਬੰਦੇ ਹਰ ਇੱਕ ਤਰ੍ਹਾਂ ਦਾ ਘਰ ਦੇਖ ਲੇਗਾ, ਲੇਕਿਨ ਤੁਸੀਂ ਕੀ ਪ੍ਰੈਫਰ ਕਰਦੇ ਹੋ? ਤੁਸੀਂ ਕਿੱਦਾਂ ਇੱਕ ਜਿਹੜਾ ਹੈਗਾ ਇੱਕ ਬਾਇਰ ਦੀ ਸਿਲੈਕਸ਼ਨ ਤੁਸੀਂ ਕਰਵਾਉਂਦੇ ਹੋ ਵੀ ਭਾਜੀ ਆਹ ਘਰ ਤੁਹਾਡੇ ਲਈ ਬੈਟਰ ਹੋ ਸਕਦਾ? ਦੇਖੋ ਜੀ, ਬੜਾ ਵਧੀਆ ਸਵਾਲ ਹੈ। ਸਭ ਤੋਂ ਬੈਸਟ ਜਿਵੇਂ ਕਹਿੰਦੇ ਵੀ ਜਿਹੜੀ
ਚੀਜ਼ ਰੀਅਲ ਸਟੇਟ ਦੇ ਵਿੱਚ ਮੰਨੀ ਜਾਂਦੀ ਹੈ ਉਹ ਲੋਕੇਸ਼ਨ, ਚਾਹੇ ਉਹ ਰੈਜ਼ੀਡੈਂਸ਼ੀਅਲ ਹੋਵੇ ਚਾਹੇ ਉਹ ਕਮਰਸ਼ੀਅਲ ਹੋਵੇ, ਦੈਟਸ ਇਟਸ ਆਲਵੇਜ਼ ਅਬਾਊਟ ਲੋਕੇਸ਼ਨ ਐਂਡ ਲੋਕੇਸ਼ਨ ਜੀ। ਲੋਕੇਸ਼ਨ ਡਿਪੈਂਡਸ ਔਨ ਤੁਹਾਡੀ ਜੌਬ ਕਿੱਥੇ ਹੈਗੀ ਹੈ। ਜੇ ਤੁਸੀਂ ਐਵਰੀ ਡੇ 45 ਮਿੰਟਸ 1 ਆਵਰ ਤੁਸੀਂ ਟਰੈਵਲ ਕਰ ਰਹੇ ਹੋ, ਦੈਟਸ ਟੂ ਲੌਂਗ। You need to find something closer. Second thing, ਤੁਹਾਡੀਆਂ amenities, ਚਾਹੇ ਉਹ ਡੇ ਕੇਅਰ ਹੋਵੇ, ਚਾਹੇ ਉਹ ਸਕੂਲ ਹੋਵੇ, ਚਾਹੇ ਉਹ ਰੈਕ ਸੈਂਟਰ ਹੋਵੇ, ਉਹ ਚੀਜ਼ਾਂ ਨੂੰ ਦੇਖ ਕੇ, ਰੈਸਟੋਰੈਂਟਸ ਨੇ ਜਾਂ ਗਰੋਸਰੀ ਸਟੋਰ ਆ, ਉਹ ਚੀਜ਼ਾਂ ਨੂੰ ਦੇਖ ਕੇ ਤੁਸੀਂ ਦੇਖਣਾ ਵੀ ਸਾਡਾ ਫਿਟਿੰਗ ਕਿੱਥੇ ਪੈਂਦੀ। ਦੂਜੀ ਚੀਜ਼ ਆ ਜਾਂਦੀ ਹੈ ਆਪਣਾ ਮਿਲ ਵਰਤਨ। ਆਪਾਂ ਹੁਣ ਕਮਿਊਨਿਟੀ ਦੇ ਵਿੱਚ ਵਿਚਰਨਾ, ਅਸੀਂ ਗੁਰਦੁਆਰੇ ਵੀ ਜਾਣਾ, ਅਸੀਂ ਮੰਦਿਰ ਵੀ ਜਾਣਾ, ਅਸੀਂ ਮਸਜਿਦ ਵੀ ਜਾਣਾ, ਤੇ ਅਸੀਂ ਆਪਣੇ ਲੋਕਾਂ ਦੇ ਵਿੱਚ ਵੀ ਰਹਿਣਾ, ਅਸੀਂ ਆਪਣਾ ਫੂਡ ਵੀ ਖਾਣਾ, ਅਸੀਂ ਆਪਣੀ ਗਰੋਸਰੀ ਵੀ ਖਰੀਦਣੀ ਆ। ਫਿਰ ਤੁਸੀਂ ਉਹ ਚੀਜ਼ ਦੇਖੋ ਵੀ ਕੀ ਤੁਸੀਂ ਤੁਹਾਨੂੰ ਉਸ ਚੀਜ਼ਾਂ ਦੀ ਕਿੰਨੀ ਕੁ ਜ਼ਰੂਰਤ ਹੈ। ਸੋ ਉਹ ਫਿਰ ਦੇਖਦੇ ਹੋਏ ਉਹ ਆਪਾਂ ਡਿਪੈਂਡ ਕਰਦਾ ਵੀ ਹਾਂਜੀ ਯਾਰ, ਜੇ ਹੁਣ ਤੁਸੀਂ ਕੰਮ ਡਾਊਨਟਾਊਨ ਕਰਦੇ ਹੋ ਤੇ ਤੁਸੀਂ ਰਹਿਣਾ ਤੁਹਾਨੂੰ ਸਾਊਥ ਸਾਈਡ ਪੈ ਰਿਹਾ, ਇਟਸ ਓਕੇ, 15-20 ਮਿੰਟ ਦੀ ਡਰਾਈਵ ਆ, ਕੋਈ ਐਡੀ ਵੱਡੀ ਗੱਲ ਨਹੀਂ ਹੈਗੀ। ਜਾਂ ਤੁਸੀਂ ਨਾਰਥ ਸਾਈਡ ਵੀ ਰਹਿ ਸਕਦੇ ਹੋ, ਵੈਸਟ ਐਂਡ ਵੀ ਰਹਿ ਸਕਦੇ ਹੋ, ਪਰ ਫਿਰ ਤੁਹਾਡੀ ਪ੍ਰੈਫਰੈਂਸ ਆ ਜਾਂਦੀ ਹੈ ਤੁਹਾਡੇ ਬੱਚੇ ਸਕੂਲ ਕਿੱਥੇ ਜਾ ਰਹੇ ਨੇ, ਕਿਹੋ ਜਿਹੀ ਐਜੂਕੇਸ਼ਨ ਲੈ ਰਹੇ ਨੇ, ਕਿਹੜੀ ਯੂਨੀਵਰਸਿਟੀ ਜਾ ਰਹੇ ਨੇ। ਸੋ ਉਹ ਚੀਜ਼ਾਂ ਦੇਖ ਕੇ ਤੁਸੀਂ ਸਾਰਾ ਇਸ ਨੂੰ ਡਿਸਾਈਡ ਕਰ ਸਕਦੇ ਹੋ। ਨੰਬਰ 1 ਫੈਕਟਰ ਇਜ਼ ਵੀ ਤੁਹਾਡੀ ਜੌਬ ਕਿੱਥੇ ਹੈਗੀ ਹੈ, ਹੋਮ ਬੇਸਡ ਹੈਗੀ ਹੈ ਜਾਂ ਤੁਹਾਨੂੰ ਟਰੈਵਲ ਕਰਨਾ ਪੈਂਦਾ, ਐਂਡ ਦੈਨ ਵੀ ਕੈਨ ਲੁੱਕ ਐਟ ਦ ਸਿਲੈਕਸ਼ਨ। ਓਬਵੀਅਸਲੀ ਨਾਰਥ ਸਾਈਡ ਦੇ ਵਿੱਚ ਆਪਣੀ ਪਾਕਟਸ ਹੈਗੀਆਂ ਜਿੱਥੇ ਆਪਣੇ ਬੰਦੇ ਕਾਫੀ ਰਹਿੰਦੇ ਨੇ। ਸਾਊਥ ਸਾਈਡ ਦੇਖੀਏ ਐਡਮਿੰਟਨ ਦੇ ਵਿੱਚ ਹੁਣ ਤਾਂ ਬੋਮੰਟ ਵੀ ਆਪਣਾ ਜਿਵੇਂ ਕਹਿੰਦੇ ਜਿਹੜਾ ਸ਼ਹਿਰ ਹੈਗਾ, ਉੱਥੇ ਵੀ ਬਹੁਤ ਜ਼ਿਆਦਾ ਡਿਵੈਲਪਮੈਂਟ ਹੋ ਰਹੀ ਹੈ। ਗਰੋਸਰੀ ਸਟੋਰ, ਰੈਸਟੋਰੈਂਟ ਉੱਥੇ ਵੀ ਖੁੱਲ੍ਹ ਗਏ ਨੇ, ਵਧੀਆ ਸਕੂਲ ਨੇ। ਸੇਮ ਥਿੰਗ ਸਾਊਥ ਐਡਮਿੰਟਨ ਦੇ ਵਿੱਚ ਨਵੇਂ ਸਕੂਲ ਬਣੇ ਹੋਏ ਨੇ, ਨਵਾਂ ਹਸਪੀਟਲ ਬਣਨ ਜਾ ਰਿਹਾ, ਤੇ ਆਪਣੀ ਉੱਥੇ ਬਸੋਂ ਕਾਫੀ ਹੈਗੀ ਲੋਕਾਂ ਦੀ। ਸੋ ਮਿਲਣਾ ਵਰਤਣਾ, ਚਾਹੇ ਉਹ ਮੰਦਿਰ ਦਾ ਹੋਵੇ, ਮਸਜਿਦ ਦਾ ਹੋਵੇ, ਜਾਂ ਗੁਰਦੁਆਰੇ ਜਾਣ ਦਾ ਆਪਾਂ ਮਿਲਣਾ ਹੁੰਦਾ, ਆਪਣੇ ਬਜ਼ੁਰਗ ਆਉਂਦੇ ਨੇ, ਉਹਨਾਂ ਨੇ ਇੱਕ ਦੂਜੇ ਨਾਲ ਬੈਠਣਾ ਉੱਠਣਾ ਹੁੰਦਾ। ਸੋ ਉਹ ਆਪਣੇ ਸਾਊਥ ਸਾਈਡ ਤੇ ਨਾਰਥ ਸਾਈਡ ਦੇ ਵਿੱਚ ਦੋਨੇ ਥਾਂ ਵਧੀਆ ਜਿਵੇਂ ਕਹਿੰਦੇ ਵੀ ਆਪਣੇ ਏਰੀਆ ਦੇ ਵਿੱਚ ਘਰ ਮਿਲ ਸਕਦਾ। ਐਂਡ ਜੇ ਦੇਖੀਏ ਆਪਾਂ ਪ੍ਰਾਈਸ ਔਨ ਐਨ ਐਵਰੇਜ 5 ਤੋਂ 6 ਲੱਖ ਦੇ ਵਿੱਚ ਤੁਹਾਨੂੰ ਫਰੰਟ ਅਟੈਚ ਗਰਾਜ ਮਿਲ ਜਾਂਦਾ। ਤੇ ਜੇ ਤੁਸੀਂ ਥੋੜਾ ਜਿਹਾ ਬਜਟ ਘੱਟ ਹੈ ਫਿਰ ਆਪਾਂ ਹਾਫ ਡੁਪਲੈਕਸ ਦੇਖ ਸਕਦੇ ਹਾਂ, ਜਾਂ ਆਪਾਂ ਥੋੜਾ ਜਿਹਾ ਪੁਰਾਣਾ ਘਰ ਦੇਖ ਸਕਦੇ ਹਾਂ, ਉਹਦੇ ਚਾਹੇ ਬੰਗਲੋ ਹੋਵੇ, ਬਾਈ ਲੈਵਲ ਹੋਵੇ, ਉਹਦੀ ਬੇਸਮੈਂਟ ਵੀ ਰੈਂਟ ਕੀਤੀ ਜਾ ਸਕਦੀ ਹੈ। ਸੋ ਵੈਰੀ ਮੈਨੀ ਆਪਸ਼ਨ ਸਟਾਰਟਿੰਗ ਫਰਮ ਬੇਸਿਕਲੀ ਜੇ ਤੁਸੀਂ ਟਾਊਨ ਹਾਊਸ ਨਹੀਂ ਲੈਣਾ 3.5 ਲੱਖ ਤੋਂ ਲੈ ਕੇ 5-5.5 ਲੱਖ ਤੁਸੀਂ ਵਧੀਆ ਸਿੰਗਲ ਫੈਮਿਲੀ ਡਿਟੈਚ ਕਰ ਲੈ ਸਕਦੇ ਹੋ। ਰਾਈਟ। ਅੱਜ ਦਾ ਸਾਡਾ ਟੌਪਿਕ ਦੋਸਤੋ ਹੈਗਾ ਕਿ ਕੀ ਅਸੀਂ ਐਡਮਿੰਟਨ ਦੇ ਵਿੱਚ ਜਾਂ ਅਲਬਰਟਾ ਦੇ ਵਿੱਚ ਅਸੀਂ ਮੂਵ ਹੋਈਏ, ਜਾਂ ਫਿਰ ਅਸੀਂ ਉੱਥੇ ਘਰ ਲੈ ਸਕਦੇ ਹਾਂ, ਜਾਂ ਫਿਰ ਇੱਥੇ ਸਾਨੂੰ ਜ਼ਿਆਦਾ ਠੰਡ ਦੇ ਨਾਲ ਸਾਨੂੰ ਤਾਂ ਨਹੀਂ ਦਿੱਕਤ ਹੋ ਜਾਏਗੀ। ਇਹਨਾਂ ਚੀਜ਼ਾਂ ਨੂੰ ਅਸੀਂ ਜ਼ਿਆਦਾ ਡਿਸਕਸ ਕਰ ਰਹੇ ਹਾਂ ਕਿਉਂਕਿ ਇਹ ਚੀਜ਼ਾਂ ਦੋਸਤੋ ਜਿਹੜੇ ਲੋਕੀ ਕਿਸੇ ਵੀ ਫੀਲਡ ਦੇ ਵਿੱਚ ਜਾਂਦੇ, ਜਿਹੜੇ ਬੰਦੇ ਉੱਥੇ ਪ੍ਰੈਕਟੀਕਲੀ ਉਹਦੇ ਵਿੱਚ ਵਿਚਰਦੇ ਨੇ, ਉਹੀ ਤੁਹਾਨੂੰ ਇੱਕ ਐਗਜ਼ੈਕਟ ਜਿਹੜੀ ਹੈਗੀ ਹੈ ਗੱਲਬਾਤ ਦੱਸ ਸਕਦੇ ਆ। ਬਾਕੀ ਤੁਸੀਂ ਕਿਸੇ ਦੀਆਂ ਸੁਣੀਆਂ ਸੁਣਾਈਆਂ ਗੱਲਾਂ ਤੋਂ ਬੈਟਰ ਹੁੰਦਾ ਕਿ ਪ੍ਰੈਕਟੀਕਲ ਆ ਕੇ ਤੁਸੀਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਖੁਦ ਦੇਖ ਸਕਦੇ ਹੋ। ਬਾਕੀ ਤੁਸੀਂ ਕਿਸੇ ਵੀ ਤਰ੍ਹਾਂ ਦੀ ਰੀਅਲ ਸਟੇਟ ਦੇ ਬਾਰੇ ਵਿੱਚ ਜਾਣਕਾਰੀ ਲੈਣਾ ਚਾਹੁੰਦੇ ਹੋ, ਤੁਸੀਂ ਨੈਮ ਕੁਲਾਰ ਜੀ ਦੇ ਨਾਲ ਕੰਟੈਕਟ ਕਰ ਸਕਦੇ ਹੋ। ਨੈਮ ਕੁਲਾਰ ਜੀ ਰਾਇਲੀ ਪੇਜ ਨੋਰਾਲਟਾ ਨੂੰ ਰਿਪਰੈਜ਼ੈਂਟ ਕਰਦੇ ਨੇ। ਇਹਨਾਂ ਦਾ ਫੋਨ ਨੰਬਰ ਰੈਗੂਲਰ ਸਕਰੀਨ ਦੇ ਉੱਤੇ ਜਾਰੀ ਹੈ। ਸਾਡੇ ਹਨੀ ਵਾਲੇ ਸ਼ੋਜ਼ ਦੇ ਨਾਲ ਰੈਗੂਲਰ ਬਣ ਕੇ ਇਸ ਪ੍ਰੋਗਰਾਮ ਦੇ ਰਾਹੀਂ ਨੈਮ ਜੀ ਨੂੰ ਅਸੀਂ ਬੁਲਾਉਂਦੇ ਰਹਾਂਗੇ। ਕੁਛ ਨਾ ਕੁਛ ਇਹਨਾਂ ਦੀਆਂ ਜਿਹੜੀਆਂ ਹੈਗੀਆਂ ਨੇ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਜਿਹੜੀਆਂ ਹੈਗੀਆਂ ਤੁਸੀਂ ਕਹਿ ਲਓ ਲਿਸਟਿੰਗਸ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਵੀ ਕਿਸ ਕਿਸ ਤਰ੍ਹਾਂ ਦੇ ਘਰ ਜਿਹੜੇ ਹੈਗੇ ਨੇ ਇੱਥੇ ਤੁਸੀਂ ਕਿਸ ਪ੍ਰਾਈਸ ਦੇ ਉੱਤੇ ਜਿਹੜਾ ਤੁਸੀਂ ਦੇਖ ਸਕਦੇ ਹੋ। ਇਹਨਾਂ ਨੂੰ ਕੰਟੈਕਟ ਕਰ ਸਕਦੇ ਹੋ, ਜਾਂ ਸਾਡੇ ਹੋਰ ਵੀ ਸ਼ੋਜ਼ ਦੇਖਣ ਦੇ ਲਈ ਤੁਸੀਂ ਇਹਨਾਂ ਪ੍ਰੋਗਰਾਮਾਂ ਨੂੰ ਤੁਸੀਂ ਲਾਈਕ ਕਰੋ ਤਾਂ ਕਿ ਵੱਧ ਤੋਂ ਵੱਧ ਸਾਡੇ ਵਿਊਅਰਸ ਤੱਕ ਸਾਡੀ ਜਿਹੜੀਆਂ ਗੱਲਾਂ ਬਾਤਾਂ ਪਹੁੰਚ ਸਕਣ। ਨੈਮ ਜੀ ਤੋਂ ਇੱਕ ਮੈਸੇਜ ਲਵਾਂਗੇ ਤਾਂ ਨੈਮ ਜੀ ਲਾਸਟ ਦੇ ਵਿੱਚ ਤੁਸੀਂ ਇੱਕ ਸਾਡੇ ਦਰਸ਼ਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੈਗੇ ਹੋ? ਵੀ ਫਿਰ ਉਹੀ ਗੱਲ ਵੀ ਐਡਮਿੰਟਨ ਦੇ ਵਿੱਚ ਅਗਰ ਚਲੋ ਆਪਾਂ ਐਡਮਿੰਟਨ ਦੀ ਗੱਲ ਕਰ ਲਈਏ ਕਿ ਐਡਮਿੰਟਨ ਦੇ ਵਿੱਚ ਅਸੀਂ ਮੂਵ ਜੇ ਕਿਸੇ ਨੇ ਹੋਣਾ ਚਾਹੁੰਦਾ ਹੈਗਾ ਤਾਂ ਕੀ ਉਹਦੇ ਲਈ ਫਾਇਦਾ ਹੋ ਸਕਦਾ ਹੈ? ਬਿਲਕੁਲ ਜੀ। ਦੇਖੋ ਹੁਣ ਆਪਾਂ ਜੋ ਤੁਸੀਂ ਗੱਲ ਕੀਤੀ ਹੈ ਪ੍ਰੈਕਟੀਕਲਿਟੀ ਦੀ, ਮੈਨੂੰ ਐਡਮਿੰਟਨ ਦੇ ਵਿੱਚ 28 ਸਾਲ ਹੋ ਚੁੱਕੇ ਨੇ ਜੀ, ਤੇ ਮੈਨੂੰ ਰੀਅਲ ਸਟੇਟ ਕਰਦੇ ਨੂੰ 10 ਸਾਲ ਹੋ ਚੁੱਕੇ ਨੇ। ਮੈਂ ਐਡਮਿੰਟਨ ਦੇ ਵਿੱਚ ਰਹਿਣਾ, ਇੱਥੇ ਉਦੋਂ ਪਹਿਲਾਂ ਪੜ੍ਹਾਈ ਵੀ ਕੀਤੀ, ਹਾਈ ਸਕੂਲ ਵੀ ਗਏ, ਕਾਲਜ ਵੀ ਕੀਤੇ, ਤੇ ਉਦੋਂ ਬਾਅਦ ਪ੍ਰਾਈਵੇਟ ਸੈਕਟਰ ਦੇ ਵਿੱਚ ਮੈਂ 10 ਸਾਲ ਜੌਬ ਕੀਤੀ, ਤੇ ਉਦੋਂ ਬਾਅਦ ਦੇ ਵਿੱਚ ਮੈਂ ਪਿਛਲੇ 10 ਸਾਲਾਂ ਤੋਂ ਰੀਅਲ ਸਟੇਟ ਕਰਦੇ ਆ ਰਿਹਾ। ਤੇ ਮੈਂ ਤੁਹਾਨੂੰ ਖੁਦ ਆਪਦੇ ਐਕਸਪੀਰੀਅੰਸ ਤੋਂ ਦੱਸ ਰਿਹਾ। ਕਈ ਵਾਰੀ ਇਹ ਹੋ ਜਾਂਦਾ ਵੀ ਹਾਂ ਤੁਸੀਂ ਤਾਂ ਰੀਅਲਟਰ ਹੋ, ਤੁਸੀਂ ਤਾਂ ਕਹਿਣਾ ਹੀ ਆ। ਕੋਈ ਇਟਸ ਨਾਟ ਵੀ ਅਸੀਂ ਕੋਈ ਚੀਜ਼ ਤੁਹਾਨੂੰ ਧੱਕੇ ਨਾਲ ਫੜਾ ਰਹੇ ਹਾਂ, ਬਟ ਇਟ ਇਜ਼ ਏ ਐਡਵਾਂਟੇਜ। ਅਲਬਰਟਾ ਹੈਜ਼ ਐਨ ਐਡਵਾਂਟੇਜ। ਦੋ ਤਿੰਨ ਚੀਜ਼ਾਂ ਨੇ, ਤਾਂ PST ਨਹੀਂ ਹੈਗੀ, ਟਰਾਂਸਫਰ ਟੈਕਸ ਨਹੀਂ ਹੈਗਾ, ਤੇ ਇੱਕ ਇੱਥੇ ਅਫੋਰਡੇਬਿਲਿਟੀ ਹੈਗੀ ਆ, ਤੇ ਜਿਹੜੀ ਜੌਬ ਕੰਪੈਰੀਜ਼ਨ ਆ ਇਜ਼ ਪ੍ਰੋਬੇਬਲੀ ਸੇਮ ਪੇ। ਜੇ ਆਪਾਂ ਕਹੀਏ ਚਾਹੇ ਉਹ ਕੋਈ ਬੰਦਾ ਬੈਂਕ 'ਚ ਕੰਮ ਲੱਗਿਆ, ਚਾਹੇ ਉਹ ਕੋਈ ਫਾਈਨੈਂਸ਼ੀਅਲ ਸੈਕਟਰ ਦੇ ਵਿੱਚ ਆ, ਜਾਂ ਕਿਤੇ ਉਹ ਹੈਲਥ ਸੈਕਟਰ ਦੇ ਵਿੱਚ ਨੇ, ਸੇਮ ਹੈਗੀ। ਸੋ ਮੈਂ ਤਾਂ ਕਹਿੰਦਾ ਵੀ ਇਟਸ ਅ ਬੈਸਟ ਓਪਰਚੁਨਿਟੀ। ਜੇ ਤੁਸੀਂ ਹਜੇ ਸਟਾਰਟ ਆਊਟ ਕਰ ਰਹੇ ਹੋ, ਤੁਸੀਂ ਸੈਟਲ ਹੋ, ਵੈਲ ਗੁੱਡ, ਤੁਸੀਂ ਸੈਟਲ ਹੋ, ਕੀਪ ਗੋਇੰਗ। ਪਰ ਜੇ ਤੁਸੀਂ ਨਵਾਂ ਕੋਈ ਸੈਟਲਮੈਂਟ ਹੋਣਾ ਚਾਹੁੰਦੇ ਹੋ ਤੇ ਤੁਸੀਂ ਕਰਨਾ ਚਾਹੁੰਦੇ ਹੋ, ਐਡਮਿੰਟਨ, ਅਲਬਰਟਾ, ਕੈਲਗਰੀ ਸਰਾਊਂਡਿੰਗ ਏਰੀਆ ਇਜ਼ one of the best right now in Canada. Beaumont was the fastest growing community in Canada for the last 5 years. So
ਕਮ ਟੇਕ ਲੁੱਕ, ਤੁਸੀਂ ਆਪ ਆ ਕੇ ਦੇਖੋ। ਤੁਹਾਡੇ ਕੋਲ ਕੋਈ ਵੀ ਕੁਐਸਚਨ ਹੋਵੇ ਤੁਸੀਂ ਫੋਨ ਕਰ ਸਕਦੇ ਹੋ, ਮੇਰਾ ਨੰਬਰ ਤੁਸੀਂ ਸਕਰੀਨ ਤੋਂ ਲੈ ਸਕਦੇ ਹੋ, ਤੇ ਤੁਹਾਨੂੰ ਸਹੀ ਸਲਾਹ ਦਿੱਤੀ ਜਾਏਗੀ ਤੇ ਟਰੂਥ ਐਂਡ ਓਨੈਸਟ ਸਲਾਹ ਦਿੱਤੀ ਜਾਏਗੀ। ਬਿਲਕੁਲ ਸਹੀ। ਸੋ ਥੈਂਕ ਯੂ ਹਨੀ ਭਾਜੀ, ਤੁਸੀਂ ਸਾਨੂੰ ਦਰਸ਼ਕਾਂ ਦੇ ਰੂਬਰੂ ਕੀਤਾ, ਤੇ ਕੋਸ਼ਿਸ਼ ਕਰਾਂਗੇ ਆਉਂਦੇ ਰਹਾਂਗੇ, ਜਿੱਦਾਂ ਹੀ ਕੋਈ ਇਹਨਾਂ ਦੇ ਸਵਾਲ ਆਉਂਦੇ ਨੇ, ਕੋਈ ਕਮੈਂਟਸ ਆਉਂਦੇ ਨੇ, ਕੋਈ ਫੋਨਸ ਆਉਂਦੇ ਨੇ, ਆਪਾਂ ਫਿਰ ਟਾਈਮ ਸਿਰ ਟਾਈਮ ਆ ਕੇ ਜਿਵੇਂ ਕਹਿੰਦੇ ਤੁਹਾਡੇ ਨਾਲ ਗੱਲਬਾਤ ਕਰਦੇ ਰਹਾਂਗੇ। ਥੈਂਕ ਯੂ ਸੋ ਮਚ ਨੈਮ ਜੀ। ਤਾਂ ਦੋਸਤੋ ਅੱਜ ਦੇ ਗੱਲਬਾਤ ਅਸੀਂ ਇੱਦਾਂ ਹੀ ਜਿਹੜੀ ਹੈਗੀ, ਬਾਕੀ ਹਾਲੇ ਤੁਹਾਡੇ ਮਨ ਦੇ ਵਿੱਚ ਬਹੁਤ ਸਵਾਲ ਹੋਣਗੇ ਕਿਉਂਕਿ ਇਹ 20-22 ਮਿੰਟ ਦੇ ਵਿੱਚ ਅਸੀਂ ਇੰਨੀਆਂ ਡਿਟੇਲ ਦੇ ਨਾਲ ਜਾਣਕਾਰੀ ਨਹੀਂ ਲੈ ਸਕਦੇ। ਇਸੇ ਕਰਕੇ ਅਸੀਂ ਜਿਹੜੇ ਹੈਗੇ ਨੇ, ਨੈਮ ਜੀ ਦਾ ਨੰਬਰ ਡਾਇਰੈਕਟ ਇਸ ਸਕਰੀਨ ਦੇ ਉੱਤੇ ਚੱਲ ਰਿਹਾ, ਤੁਸੀਂ ਇਹਨਾਂ ਨੂੰ ਡਾਇਰੈਕਟ ਕਾਲ ਕਰਕੇ ਕੋਈ ਵੀ ਗੱਲਬਾਤ ਕਰਨੀ ਹੈ, ਅਪਾਇੰਟਮੈਂਟ ਫਿਕਸ ਕਰਨੀ ਹੈ, ਕੋਈ ਘਰਾਂ ਦੇ ਬਾਰੇ ਜਾਣਕਾਰੀ ਲੈਣੀ ਹੈ, ਰੀਅਲ ਸਟੇਟ ਮਾਰਕੀਟ ਦੀ ਅਪਡੇਟ ਲੈਣੀ ਹੈ, ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਹੋ। ਬਾਕੀ ਹੋਰ ਵੀ ਸਾਡੇ ਨਾਲ ਮੋਰਟਗੇਜ ਐਕਸਪਰਟ ਵੀ ਆਉਣਗੇ, ਇੰਸ਼ੋਰੈਂਸ ਬ੍ਰੋਕਰ ਵੀ ਆਉਣਗੇ, ਅਲੱਗ-ਅਲੱਗ ਟੌਪਿਕਸ ਦੇ ਉੱਤੇ ਇਹਨਾਂ ਪ੍ਰੋਗਰਾਮ ਦੇ ਉੱਤੇ ਗੱਲਬਾਤ ਹੁੰਦੀ ਰਹੇਗੀ। ਤਾਂ ਤੁਸੀਂ ਇਹਨਾਂ ਸਾਡੇ ਸ਼ੋਜ਼ ਨੂੰ ਰੈਗੂਲਰ ਦੇਖਦੇ ਰਹੋ। ਅੱਜ ਦੇ ਪ੍ਰੋਗਰਾਮ ਦਾ ਸਫ਼ਰ ਇੱਥੇ ਖਤਮ ਕਰਦੇ ਹਾਂ। ਹੁਣ ਆਪਣੇ ਹਨੀ ਵਾਲਿਆਂ ਤੋਂ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।